ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। ਮੁਗਲਾਂ ਦੇ ਜ਼ੋਰ ਜ਼ੁਲਮ ਅਤੇ ਧੱਕੇ ਨੂੰ ਲਿਖਣ ਲੱਗਿਆਂ ਕਲਮ ਥਿੜਕਦੀ ਹੈ ਅਤੇ ਦਿਲ ਕੰਬਦਾ ਹੈ। ਜ਼ਾਲਮਾਂ ਨੇ ਰਾਜ ਮਦ ਅਧੀਨ ਮਨੁੱਖਤਾ ਉੱਪਰ ਜ਼ਬਰ ਤੇ ਧੱਕਾ ਕਰਕੇ ਜਾਨਵਰਾਂ ਤੇ ਦਰਿੰਦਿਆਂ ਨੂੰ ਵੀ ਪਛਾੜ ਦਿੱਤਾ। ਦਰਿੰਦਿਆਂ ਨੂੰ ਤਾਂ ਗਿਆਨ ਕੋਈ ਨਹੀਂ, ਪਰ ਮਨੁੱਖ ਜਾਮੇ ਨੂੰ ਗਿਆਨ ਹੋਣ ਦੇ ਬਾਵਜੂਦ ਮਨੁੱਖ ਨੇ ਮਨੁੱਖ ਨਾਲ ਪਸ਼ੂਆਂ ਨਾਲੋਂ ਵੀ ਵਧੇਰੇ ਭੈੜਾ ਵਰਤਾਓ ਕੀਤਾ ਹੈ। ਜਿਨ੍ਹਾਂ ਕਾਰਨਾਮਿਆਂ ਨੂੰ ਵੇਖ ਕੇ ਤੇ ਸੁਣ ਕੇ ਸਿਆਣਾ ਮਨੁੱਖ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਵਾਕਿਆ ਹੀ ਅਜਿਹੇ ਨੀਚ ਕਰਮ ਕਰਨ ਵਾਲੇ ਵੀ ਮਨੁੱਖ ਹੀ ਹੋਣਗੇ। ਵੇਖਣ ਨੂੰ ਤਾਂ ਉਹ ਭਾਵੇਂ ਮਨੁੱਖ ਜਾਮੇ ਵਿੱਚ ਵਿਚਰਦੇ ਸਨ, ਪਰ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਫਰਮਾਨ ਅਨੁਸਾਰ ਕਰਮਾਂ ਕਰਕੇ ਉਹ ਬਿਨਾਂ ਪੂੰਛ ਤੇ ਸਿੰਘਾਂ ਤੋਂ ਪਸ਼ੂ ਹੀ ਸਨ, ਕਿਉਂਕਿ ਉਹਨਾਂ ਦੇ ਕਰਮ ਕਰਤੂਤ ਪਸ਼ੂਆਂ ਬਰਾਬਰ ਸੀ। ਕਰਤੂਤ ਪਸ਼ੂ ਕੀ ਮਾਨਸ ਜਾਤ ਦੇ ਉਹ ਧਾਰਨੀ ਸਨ। ਅਜਿਹੀ ਨੀਚ ਕਰਮੀ ਜਦੋਂ ਇਨਸਾਨੀਅਤ ਜਾਮੇ ਅੰਦਰ ਹੈਵਾਨੀਅਤ ਦੇ ਕਰਮ ਕਰਨ ਲੱਗ ਪੈਣ, ਫਿਰ ਕੁਦਰਤ ਉਸ ਦਾ ਅੰਤ ਕਰਨ ਵਾਸਤੇ ਕਲਗੀਧਰ ਜੀ ਵਰਗੇ ਜੋਧ ਮਹਾਬਲ ਸੂਰ ਜੀ ਨੂੰ ਧਰਤੀ ਦਾ ਭਾਰ ਹਰਨ, ਨੀਚ ਕਰਮੀਆਂ ਦਾ ਸੰਘਾਰ ਤੇ ਸੰਤਾਂ ਦਾ ਉਬਾਰ ਕਰਨ ਵਾਸਤੇ ਭੇਜਦੀ ਹੈ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਕਲਮ ਨਾਲ ਆਪਣਾ ਇਸ ਸੰਸਾਰ ਵਿੱਚ ਪ੍ਰਗਟ ਹੋਣ ਦਾ ਮੰਤਵ ਲਿਖਿਆ ਹੈ। ਹਮ ਇਹ ਕਾ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, दुष्ट दोखियन पकर पछारो, याही काज धरा हम जन्मंग, समझ लेहो साधु सब मनमंग, धर्म चलावन संत उबारन, दुष्ट सभन को मूल उपारन। सारे हिंदुस्तान विच ही हैवानीयत आचरणहीनता का अजिहा वरतारा मुगल वरता रहे सन। प्रजा बेबसी गैरतहीन हो जाण करके ਮੁਗਲਾਂ ਦੇ ਹਰ ਜ਼ੁਲਮ ਨੂੰ ਛਾਤੀ ਤੇ ਪੱਥਰ ਰੱਖ ਕੇ ਸਹਿਨ ਕਰਨ ਵਿੱਚ ਹੀ ਆਪਣੀ ਗਨੀਮਤ ਸਮਝਦੀ ਸੀ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ 45 ਕੁ ਮੀਲ ਦੀ ਵਿੱਥ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਿਲਕੁਲ ਨਜ਼ਦੀਕ ਇੱਕ ਪਠਾਨ ਬੱਸੀ ਕਲਾਂ ਵਿੱਚ ਰਹਿੰਦਾ ਸੀ, ਜੋ 22 ਬੱਸੀਆਂ ਦਾ ਹਾਕਮ ਸੀ, ਜਿਸ ਦਾ ਨਾਮ ਜ਼ਾਬਰ ਖਾਨ ਸੀ ਤੇ ਸੀ ਵੀ ਉਹ ਜ਼ਬਰ ਦਾ ਨਮੂਨਾ। ਉਹ ਹਿੰਦੂ ਲੜਕੀਆਂ ਤੇ ਸੱਥ ਤੋਲਦਾ ਸੀ, ਜਿਸ ਨੂੰ ਜੀ ਚਾਹੇ ਪਕੜ ਕੇ ਆਪਣੇ ਹਰਮਾਂ ਵਿੱਚ ਲੈ ਆਉਂਦਾ। ਹਿੰਦੂਆਂ ਦੀ ਨਵ-ਵਿਆਹੀ ਬਹੂ ਦਾ ਡੋਲਾ ਉਹ ਪਹਿਲਾਂ ਆਪਣੇ ਘਰ ਰੱਖਦਾ ਸੀ। ਜੇ ਕੋਈ ਪ੍ਰਜਾ ਵਿੱਚੋਂ ਉਸ ਦੇ ਅੱਗੇ ਹੀਲ ਹੁਜਤ ਕਰਦਾ, ਜ਼ਾਬਰ ਖਾਂ ਜਾਂ ਤਾਂ ਉਸ ਨੂੰ ਜਾਨੋਂ ਮਰਵਾ ਦਿੰਦਾ ਜਾਂ ਫਿਰ ਉਸ ਨੂੰ ਇੰਨੀ ਸਖਤ ਸਜ਼ਾ ਦਿੰਦਾ ਕਿ ਜਿਨ੍ਹਾਂ ਸਜ਼ਾਵਾਂ ਨੂੰ ਵੇਖ ਸੁਣ ਕੇ ਬਾਕੀ ਪ੍ਰਜਾ ਵੀ ਤਰਾਹ-ਤਰਾਹ ਕਰਦੀ ਸੀ। ਕਲਗੀਧਰ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਵੀ ਇਸ ਮੰਦਕਰਮੀ ਦੇ ਮੰਦ ਕੰਮਾਂ ਦੀ ਸੋਹ ਪਈ। ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਸੰਗਤਾਂ ਦਾ ਦਰਬਾਰ ਸਜਿਆ ਹੋਇਆ ਸੀ। ਰਾਗੀ ਸਿੰਘ ਕੀਰਤਨ ਕਰਕੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜ ਰਹੇ ਸਨ। ਸੰਗਤਾਂ ਕੀਰਤਨ ਦਾ ਆਨੰਦ ਮਾਣ ਰਹੀਆਂ ਸਨ। ਸੰਗਤਾਂ ਦੀ ਆਵਾਜਾਈ ਚੱਲ ਰਹੀ ਸੀ। ਉਸ ਸਮੇਂ ਇੱਕ ਪੰਡਤ, ਜਿਸ ਦਾ ਨਾਮ ਦੇਵੀਦਾਸ ਬ੍ਰਾਹਮਣ ਸੀ, ਜੈਜੋ ਨਗਰ ਦੇ ਰਹਿਣ ਵਾਲਾ, ਗਲ ਵਿੱਚ ਪੱਲਾ ਪਾ ਕੇ ਮੂੰਹ ਵਿੱਚ ਘਾਹ ਲੈ ਜ਼ਾਰੋ-ਜ਼ਾਰ ਰੋਂਦਾ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋ ਗਿਆ। ਡੰਡੌਤ ਕਰਕੇ ਗੁਰੂ ਚਰਨਾਂ ਵਿੱਚ ਅਰਜ਼ ਗੁਜ਼ਾਰੀ, ਪਾਤਸ਼ਾਹ ਜੀ, ਮੈਂ ਗਰੀਬ ਦਾ ਸੰਸਾਰ ਵਿੱਚ ਕੋਈ ਵਾਲੀ ਵਾਰਸ ਨਹੀਂ। ਜਿਹੜੇ ਸੱਜਣ ਮੇਰੇ ਨਾਲ ਬਰਾਤੀ ਗਏ ਸਨ, ਉਹ ਵੀ ਜ਼ਾਬਰ ਖਾਂ ਦੀ ਕਰੋਪੀ ਤੋਂ ਡਰਦੇ ਭੱਜ ਗਏ। ਮੈਨੂੰ ਵੀ ਜ਼ਾਬਰ ਦੇ ਸਿਪਾਹੀਆਂ ਨੇ ਮਾਰ ਕੁੱਟ ਕੇ ਅਧਮੋਇਆ ਕਰ ਸੁੱਟਿਆ ਤੇ ਮੇਰੀ ਪਤਨੀ, ਜੋ ਮੈਂ ਵਿਆਹ ਕੇ ਆਪਣੇ ਘਰ ਲਿਜਾ ਰਿਹਾ ਸਾਂ, ਉਸ ਨੂੰ ਜ਼ਾਬਰ ਖਾਂ ਜਬਰੀ ਆਪਣੇ ਮਹਿਲਾਂ ਵਿੱਚ ਲੈ ਗਿਆ ਹੈ। ਮੇਰੀਆਂ ਅੱਖਾਂ ਅੱਗੇ ਹਰ ਪਾਸੇ ਹਨੇਰਾ ਹੀ ਹਨੇਰਾ ਹੈ। ਮੈਂ ਆਪ ਦੇ ਦਰਬਾਰ ਵਿੱਚ ਪੁਕਾਰ ਤੇ ਆਸਾ ਲੈ ਕੇ ਹਾਜ਼ਰ ਹੋਇਆ ਹਾਂ, ਕਿਉਂਕਿ ਆਪ ਜੀ ਤੋਂ ਬਿਨਾਂ
ਇਸ ਦੁਨੀਆ ਵਿੱਚ ਹੋਰ ਕੋਈ ਦੁੱਖ ਹਰਨ ਵਾਲਾ ਮੈਨੂੰ ਦਿਸ ਨਹੀਂ ਰਿਹਾ। ਆਪ ਜੀ ਮਿਹਰ ਕਰੋ, ਮੇਰੀ ਪੰਡਤਾਣੀ ਜ਼ਾਬਰ ਖਾਂ ਪਾਸੋਂ ਵਾਪਸ ਦਵਾ ਦਿਓ। ਸਤਿਗੁਰੂ ਕਲਗੀਧਰ ਜੀ ਨੇ ਪੁੱਛਿਆ, ਤੁਸੀਂ ਗਿਣਤੀ 'ਚ ਕਿੰਨੇ ਕੁ ਸੌ? ਪੰਡਤ ਦੇਵੀਦਾਸ ਕਹਿਣ ਲੱਗਾ, ਪਾਤਸ਼ਾਹ ਜੀ ਅਸੀਂ 50-60 ਮੂਰਤੀਆਂ ਸਾਂ। ਗੁਰੂ ਜੀ ਨੇ ਪੁੱਛਿਆ, ਤੇ ਉਹ ਮੁਗਲ ਕਿੰਨੇ ਸਨ? ਦੇਵੀਦਾਸ ਨੇ ਉੱਤਰ ਦਿੱਤਾ, ਗਰੀਬ ਨਿਵਾਸ ਪਾਤਸ਼ਾਹ ਉਹ 8-10 ਪਠਾਨ ਸਨ। ਸਤਿਗੁਰੂ ਜੀ ਮੁਸਕਰਾਏ ਤੇ ਪੰਡਤ ਨੂੰ ਕਹਿਣ ਲੱਗੇ, ਪੰਡਤ ਜੀ ਤੁਸੀਂ ਵਾਕਿਆ ਹੀ ਮੂਰਤਾਂ ਨੂੰ ਪੂਜ ਕੇ ਮੂਰਤਾਂ ਹੀ ਬਣ ਗਏ ਹੋ। ਤੁਹਾਡੇ ਵਿੱਚ ਇਸੇ ਕਰਕੇ ਅਣਖ ਤੇ ਗੈਰਤ ਮਰ ਗਈ ਹੈ। ਨਹੀਂ ਤੇ ਤੁਸੀਂ 60 ਜਾਣੇ, ਉਹ 10 ਜਾਣੇ, ਕੀ ਤੁਸੀਂ 6-6 ਵੀ ਇੱਕ ਦਾ ਮੁਕਾਬਲਾ ਨਹੀਂ ਕਰ ਸਕੇ? ਪੰਡਤ ਦੇਵੀਦਾਸ ਕਹਿਣ ਲੱਗਾ, ਸਤਿਗੁਰੂ ਜੀ ਜਦੋਂ ਅਸੀਂ ਕਿਸੇ ਇੱਕ ਮੁਗਲ ਨੂੰ ਵੀ ਦੂਰੋਂ ਦੇਖ ਲੈਂਦੇ ਹਾਂ ਤਾਂ ਅਸੀਂ ਸਿਰ ਤੋਂ ਪੈਰਾਂ ਤੱਕ ਪਸੀਨੇ ਨਾਲ ਭਰ ਕੇ ਕੰਬਣ ਲੱਗ ਜਾਂਦੇ ਹਾਂ। ਉਹਨਾਂ ਦਾ ਰਾਜ ਹੈ, ਅਸੀਂ ਗੁਲਾਮ ਹਾਂ। ਮਨ ਵਿੱਚ ਭੈ ਹੁੰਦਾ ਹੈ ਕਿ ਪਤਾ ਨਹੀਂ ਪਠਾਨ ਕੀ ਕਰੇਗਾ। ਸ਼੍ਰੀ ਕਲਗੀਧਰ ਪਿਤਾ ਜਲਾਲ ਵਿੱਚ ਆਏ ਤੇ ਪੰਡਤ ਨੂੰ ਹੁਕਮ ਦਿੱਤਾ ਕਿ ਤੂੰ ਲੰਗਰ 'ਚੋਂ ਪ੍ਰਸ਼ਾਦਾ ਛਕ ਤੇ ਆਰਾਮ ਕਰ। ਸਤਿਗੁਰੂ ਜੀ ਨੇ ਨਜ਼ਦੀਕ ਖਲੋਤੇ ਸਿੱਖ ਨੂੰ ਹੁਕਮ ਕੀਤਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਛੇਤੀ ਸਾਡੇ ਸਨਮੁਖ ਬੁਲਾ ਕੇ ਲਿਆਓ। ਕੁਝ ਹੀ ਸਮੇਂ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸਾਹਿਬਾਂ ਦੇ ਚਰਨਾਂ ਵਿੱਚ ਆ ਖਲੋਤੇ। ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਕੀ ਹੁਕਮ ਹੈ? ਸਤਿਗੁਰੂ ਕਲਗੀਧਰ ਜੀ ਬਾਬਾ ਅਜੀਤ ਸਿੰਘ ਜੀ ਨੂੰ ਕਹਿਣ ਲੱਗੇ, ਬੇਟਾ ਅਜੀਤ ਸਿੰਘ, ਦੇਵੀਦਾਸ ਪੰਡਤ ਗੁਰੂ ਘਰ ਵਿੱਚ ਫਰਿਆਦੀ ਹੋਇਆ ਹੈ। ਉਸ ਦੀ ਨਵ ਵਿਆਹੀ ਪਤਨੀ ਦਾ ਡੋਲਾ ਬੱਸੀ ਕਲਾਂ ਦਾ ਪਠਾਨ ਜ਼ਾਬਰ ਖਾਂ ਜਬਰੀ ਖੋਹ ਕੇ ਆਪਣੇ ਹਰਮਾਂ ਵਿੱਚ ਲੈ ਗਿਆ ਹੈ। ਤੁਸੀਂ ਆਪਣੇ ਨਾਲ 200 ਸਵਾਰਾਂ ਦਾ ਜੱਥਾ ਤੇ ਦੇਵੀਦਾਸ ਨੂੰ ਲੈ ਜਾਓ ਤੇ ਜ਼ਾਬਰ ਖਾਂ ਨੂੰ ਜਿਉਂਦੇ ਜੀ ਫੜ ਕੇ ਸਾਡੇ ਸਨਮੁਖ ਪੇਸ਼ ਕਰੋ, ਤਾਂ ਜੋ ਉਸ ਦੇ ਮੰਦ ਕਰਮਾਂ ਦੀ ਉਸ ਨੂੰ ਸਜ਼ਾ ਦਿੱਤੀ ਜਾਵੇ ਤੇ ਦੇਵੀਦਾਸ ਦੀ ਘਰਵਾਲੀ ਉਸ ਦੇ ਸਪੁਰਦ ਕੀਤੀ ਜਾਵੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸਤਿਗੁਰੂ ਜੀ ਦੇ ਅੱਗੇ ਸੀਸ ਨਿਵਾਇਆ ਤੇ 7 ਬਚਨ ਕਿਹਾ। ਸਤਿਗੁਰੂ ਜੀ ਨੇ ਸਾਹਿਬਜ਼ਾਦਾ ਜੀ ਦੇ ਸੀਸ ਤੇ ਹੱਥ ਰੱਖ ਕੇ ਅਸੀਸ ਦਿੱਤੀ, ਪੁੱਤਰ ਭਲੇ ਕੰਮ ਲਈ ਵਾਹਿਗੁਰੂ ਸਦਾ ਤੁਹਾਡੇ ਅੰਗ ਸੰਗ ਰਹੇ। ਬਾਬਾ ਅਜੀਤ ਸਿੰਘ ਜੀ ਨੇ 200 ਸਿੰਘਾਂ ਦਾ ਜੱਥਾ ਤਿਆਰ ਕੀਤਾ। ਬਾਬਾ ਜੀ ਤੇ ਸਾਥੀ ਸਿੰਘਾਂ ਨੇ ਸ਼ਸਤਰਬੱਧ ਹੋ ਕੇ ਤਿਆਰੀ ਕਰਕੇ ਬੱਸੀ ਕਲਾਂ ਵੱਲ ਕੂਚ ਕੀਤਾ। ਇੱਕ ਸੂਈਆਂ ਨੂੰ ਸਤਿਗੁਰਾਂ ਨੇ ਪਹਿਲਾਂ ਹੀ ਜ਼ਾਬਰ ਖਾਂ ਦੇ ਕਿਲੇ, ਫੌਜ ਤੇ ਮਹਿਲਾਂ ਦੀ ਸੂਹ ਲੈਣ ਭੇਜਿਆ ਸੀ। ਜੱਥੇ ਨੇ ਰਸਤੇ ਵਿੱਚ ਇੱਕ ਥਾਂ ਸੂਈਆਂ ਨੂੰ ਉਡੀਕਿਆ ਤੇ ਸਾਰੀ ਖਬਰ ਪ੍ਰਾਪਤ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਜ਼ਾਬਰ ਖਾਂ ਨੂੰ ਜਿਉਂਦੇ ਫੜਨ ਲਈ ਵਿਉਂਤ ਬਣਾਈ। ਬਾਬਾ ਜੀ ਨੇ ਨਿਹੱਥੇ ਇਸਤਰੀ ਬੱਚੇ ਤੇ ਵਾਰ ਕਰਕੇ ਕਿਸੇ ਨੂੰ ਦੁੱਖ ਨਾ ਪਹੁੰਚਾਉਣ ਦੀਆਂ ਸਿੱਖੀ ਰਵਾਇਤਾਂ ਸਿੰਘਾਂ ਦੇ ਜੱਥੇ ਨੂੰ ਦ੍ਰਿੜ ਕਰਵਾਈਆਂ ਤੇ ਹੱਲਾ ਕਰਨ ਦੀ ਸਾਰੀ ਵਿਉਂਤਬੰਦੀ ਕੀਤੀ। ਬਾਬਾ ਅਜੀਤ ਸਿੰਘ ਜੀ ਨੇ ਬੱਸੀ ਕਲਾਂ ਦੇ ਨਜ਼ਦੀਕ ਪੁੱਜ ਕੇ ਸਿੰਘਾਂ ਸਮੇਤ ਅਜਿਹਾ ਫੁਰਤੀਲਾ ਹਮਲਾ ਜ਼ਾਬਰ ਖਾਂ ਦੇ ਕਿਲੇ ਉੱਪਰ ਕੀਤਾ ਕਿ ਮੁਗਲ ਫੌਜਾਂ ਨੂੰ ਆਪਣੇ ਹਥਿਆਰ ਸੰਭਾਲਣ ਦਾ ਵੀ ਮੌਕਾ ਨਾ ਮਿਲਿਆ। ਸਿੰਘਾਂ ਦੇ ਜੱਥੇ ਨੇ ਥੋੜੀ ਜਿਹੀ ਮੁੱਠਭੇੜ ਉਪਰੰਤ ਜ਼ਾਬਰ ਖਾਂ ਨੂੰ ਜਿਉਂਦੇ ਹੀ ਕਾਬੂ ਕਰ ਲਿਆ ਤੇ ਉਸ ਦੇ ਮਹਿਲਾਂ ਵਿੱਚੋਂ ਨਵ ਵਿਆਹੀ ਪੰਡਤ ਦੀ ਪਤਨੀ ਨੂੰ ਵੀ ਸਿੰਘਾਂ ਨੇ ਬਾਇੱਜ਼ਤ ਆਪਣੇ ਪਹਿਰੇ ਵਿੱਚ ਲੈ ਲਿਆ। ਇਸ ਸਾਰੀ ਕਾਰਵਾਈ ਤੋਂ ਬਾਅਦ ਜ਼ਾਬਰ ਖਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਸਿੰਘਾਂ ਦਾ ਜੱਥਾ ਫਤਿਹ ਦੇ ਜੈਕਾਰੇ ਲਾਉਂਦਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਨੂੰ ਹੋ ਤੁਰਿਆ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਠਾਨ ਜ਼ਾਬਰ ਖਾਂ ਨੂੰ ਜਾ ਕੇ ਹਾਜ਼ਰ ਕੀਤਾ। ਉਧਰ ਜ਼ਾਬਰ ਖਾਂ ਦੀ ਫੌਜ ਨੇ ਵਾਪਸ ਜਾ ਰਹੇ ਸਿੰਘਾਂ ਦਾ ਪਿੱਛਾ ਕੀਤਾ ਅਤੇ ਇਸ ਜੰਗ ਵਿੱਚ ਕਾਫੀ ਸਿੰਘ ਸ਼ਹੀਦ ਹੋ ਗਏ। ਜਿੱਥੇ ਉਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦ ਸਿੰਘਾਂ ਮਾਹਲਪੁਰ ਬਣਿਆ ਹੋਇਆ ਹੈ। ਉਧਰ ਸਤਿਗੁਰੂ ਜੀ ਨੇ ਜ਼ਾਬਰ ਖਾਂ ਨੂੰ ਸਾਰੇ ਕੀਤੇ ਗੁਨਾਹ ਕਬੂਲ ਕਰਾਏ ਅਤੇ ਹੁਕਮ ਦਿੱਤਾ ਕਿ ਇਸ ਨੀਚ ਕਰਮੀ ਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਤੜਵਾ ਕੇ ਸਾੜ ਕੇ ਮਾਰਿਆ ਜਾਵੇ, ਤਾਂ ਜੋ ਹੋਰ ਜ਼ਾਬਰ ਮੁਗਲਾਂ ਨੂੰ ਵੀ ਕੰਨ ਹੋਣ ਕਿ ਹਰ ਜ਼ਾਬਰ ਨੂੰ ਉਸ ਦੇ ਨੀਚ ਮੰਦ ਕਰਮਾਂ ਦੀ ਸਜ਼ਾ ਅਵੱਸ਼ਯ ਮਿਲੇਗੀ, ਤਾਂ ਜੋ ਉਹ ਪਰਜਾ ਉੱਪਰ
ਜ਼ੋਰ ਜ਼ੁਲਮ ਕਰਨ ਤੋਂ ਬਾਜ਼ ਆਉਣ, ਸੋ ਐਸਾ ਹੀ ਕੀਤਾ ਗਿਆ। ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਨਾਲ ਜੋ ਚਰਨ ਗੰਗਾ ਵਗਦੀ ਹੈ, ਉਸ ਦੇ ਕਿਨਾਰੇ ਇਸ ਦੁਸ਼ਟ ਦਾ ਅੰਤ ਕੀਤਾ ਗਿਆ ਤੇ ਪੰਡਤ ਦੇਵੀਦਾਸ ਨੂੰ ਉਸ ਦੀ ਪੰਡਤਾਣੀ ਵਾਪਸ ਇੱਜ਼ਤ ਨਾਲ ਉਸ ਦੇ ਘਰ ਸਤਿਗੁਰੂ ਜੀ ਨੇ ਸਿੰਘਾਂ ਦੀ ਰਖਵਾਲੀ ਵਿੱਚ ਪੁੱਜਦੀ ਕੀਤੀ। ਅਜਿਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ, ਜਿੱਥੇ ਹਰ ਗਰੀਬ ਬੇਸਹਾਰੇ ਦੀ ਗੁਹਾਰ ਸੁਣੀ ਜਾਂਦੀ ਸੀ ਤੇ ਪੂਰਾ ਇਨਸਾਫ ਕੀਤਾ ਜਾਂਦਾ ਸੀ ਤੇ ਪਰ ਹਿੱਤਾਂ ਦੀ ਰੱਖਿਆ ਦੇ ਕਾਰਜਾਂ ਹਿੱਤ ਸਿੰਘ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਨੂੰ ਆਪਣੇ ਧਨ ਭਾਗ ਸਮਝਦੇ ਸਨ। ਆਪਣੇ ਆਪ ਲਈ ਅਥਵਾ ਨਿਜ ਲਈ ਤਾਂ ਹਰ ਕੋਈ ਕੁਰਬਾਨੀ ਕਰ ਸਕਦਾ ਹੈ, ਪਰ ਹਿੱਤ ਲਈ ਕਰਨਾ ਇਹ ਕੇਵਲ ਕਲਗੀਧਰ ਜੀ ਅਤੇ ਸਿੰਘਾਂ ਦੇ ਹਿੱਸੇ ਹੀ ਆਇਆ ਹੈ। ਆਪਣੀ ਇੱਜ਼ਤ ਬਚਾਉਣ ਲਈ ਕੋਈ ਆਪਣੀ ਜਾਨ ਨਿਸ਼ਾਵਰ ਕਰ ਸਕਦਾ ਹੈ, ਪਰ ਪਰਾਈ ਇੱਜ਼ਤ ਬਚਾਉਣ ਲਈ ਪਰਹਿਤ ਪਰਪਦ ਦੀ ਰਖਵਾਲੀ ਲਈ ਕੇਵਲ ਕਲਗੀਧਰ ਜੀ ਹੀ ਆਪਣੇ ਸਿੱਖਾਂ ਨੂੰ ਹੀ ਨਹੀਂ, ਬਲਕਿ ਆਪਣੇ ਪਿਆਰੇ ਸਾਹਿਬਜ਼ਾਦਿਆਂ ਨੂੰ ਵੀ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਕਹਿ ਸਕਦੇ ਹਨ ਤੇ ਸਾਹਿਬਜ਼ਾਦਾ ਜੀ ਹੀ ਇਹ ਕਾਰ ਕਰ ਸਕਦੇ ਹਨ। ਅਹਿਮਦ ਸ਼ਾਹ ਅਬਦਾਲੀ, ਜੋ ਹਿੰਦੂ ਬਹੂ ਬੇਟੀਆਂ ਨੂੰ ਬੰਦੀ ਬਣਾ ਕੇ ਗੱਡਿਆਂ ਉੱਪਰ ਲੱਦ ਕੇ ਗਜਨੀ ਦੇ ਬਾਜ਼ਾਰਾਂ ਵਿੱਚ 2-2 ਦਿਨਾਰਾਂ ਨੂੰ ਵੇਚਣ ਵਾਸਤੇ ਲਿਜਾ ਰਿਹਾ ਸੀ, ਸਿੰਘਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਪ੍ਰੇਰਣਾ ਲੈ ਕੇ ਤੇ ਕਲਗੀਧਰ ਜੀ ਦੇ ਬਚਨਾਂ ਨੂੰ ਸਾਕਾਰ ਰੂਪ ਦੇਣ ਵਾਸਤੇ ਸਤਿਗੁਰੂ ਜੀ ਦੇ ਪਾਏ ਹੋਏ ਇਹਨਾਂ ਪੂਰਨਿਆਂ ਤੇ ਤੁਰਦਿਆਂ ਅਹਿਮਦ ਸ਼ਾਹ ਅਬਦਾਲੀ ਦੀ ਬੰਦੀ ਚੋਂ ਬੰਦੀ ਔਰਤਾਂ ਨੂੰ ਛੁਡਾ ਬੜੀ ਇੱਜ਼ਤ ਨਾਲ ਥਾਂ ਟਿਕਾਣੇ ਪੁੱਛ ਉਹਨਾਂ ਦੇ ਘਰੀ ਪਹੁੰਚਾਇਆ। ਇਹ ਸਾਰਾ ਬਲ, ਪ੍ਰੇਰਨਾ ਤੇ ਬੁਲੰਦੀ ਦਾ ਆਚਰਣ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਿਗੁਰੂ ਜੀ ਨੇ ਸਿੰਘਾਂ ਨੂੰ ਸਿਖਾਇਆ ਤੇ ਸਿੰਘਾਂ ਨੇ ਆਪਣੇ ਜੀਵਨ ਵਿੱਚ ਉਹਨਾਂ ਸਿੱਖਿਆਵਾਂ ਨੂੰ ਕਮਾ ਕੇ ਕਲਗੀਧਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅੱਜ ਹਰ ਸਿੰਘ ਨੂੰ ਇਹਨਾਂ ਪੂਰਨਿਆਂ ਤੋਂ ਸੇਧ ਲੈ ਕੇ ਉੱਚ ਆਚਰਣ ਦੇ ਧਾਰਨੀ ਬਣਨਾ ਚਾਹੀਦਾ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਬਾਣੀ ਅੰਦਰ ਬਚਨ ਵੀ ਅੰਕਿਤ ਹੈ, ਸੱਚੋਂ ਉਰੈ ਸਭ ਕੋ ਊਪਰ ਸੱਚ ਆਚਾਰ। ਜੋ ਸੱਚ ਆਚਾਰ ਉਸ ਆਚਾਰ ਦਾ ਧਾਰਨੀ ਬਣੇਗਾ, ਉਹ ਗੁਰੂ ਖੁਸ਼ੀ ਪ੍ਰਾਪਤ ਕਰਕੇ ਆਪਣਾ ਲੋਕ ਪਰਲੋਕ ਸੁਹੇਲਾ ਕਰ ਲਵੇਗਾ। ਸੋ ਆਓ ਪਰਹਿਤ ਪਰਪਤ ਦੀ ਰਖਵਾਲੀ ਇਸ ਅਨੰਦਪੁਰ ਸਾਹਿਬ ਦੀ ਧਰਤ ਨੂੰ ਨਤਮਸਤਕ ਹੁੰਦੇ ਹੋਏ ਸ਼੍ਰੀ ਕਲਗੀਧਰ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਯਾਦ ਕਰੀਏ ਅਤੇ ਸਤਿਗੁਰੂ ਜੀ ਵੱਲੋਂ ਬਖਸ਼ੀ ਗੁਰੂ ਚਾਲੀ ਦੇ ਧਾਰਨੀ ਬਣ ਕੇ ਗੁਰੂ ਖੁਸ਼ੀ ਪ੍ਰਾਪਤ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।